हाँ जी, ਹੁਣ ਆਪਾਂ ਗੱਲ ਕਰ ਰਹੇ ਹਾਂ ਪ੍ਰੋਕੈਰੀਓਟਿਕ ਸੈਲਸ ਦੇ ਬਾਰੇ। ਆਪਾਂ ਪੜਾਂਗੇ ਪ੍ਰੋਕੈਰੀਓਟਿਕ ਸੈਲਸ ਤੋਂ ਲੈ ਕੇ ਇੱਕ ਪੇਜ ਆਹ ਯੂਕੈਰੀਓਟਿਕ ਸੈਲਸ, ਮਤਲਬ ਆਹ ਆਪਾਂ ਇੰਨਾ ਸਾਰਾ ਇੱਕ ਵਾਰ ਦੇ ਵਿੱਚ ਪੜਾਂਗੇ। ਜਲਦੀ ਜਲਦੀ ਪੜਾਂਗੇ ਤਾਂ ਕਿ ਰਿਵੀਜ਼ਨ ਹੀ ਇਹ ਮੇਰਾ ਤਾਂ ਯਾਦ ਕਰਨ ਦਾ ਤਰੀਕਾ, ਤੁਸੀਂ ਦੇਖੋ ਨਾ ਦੇਖੋ ਮੈਨੂੰ ਯਾਰ ਲਾਈਕ ਸ਼ੇਅਰ ਸਬਸਕ੍ਰਾਈਬ ਦਾ ਕੋਈ ਚੱਕਰ ਨਹੀਂ, ਬਸ ਮੇਰਾ ਤਾਂ ਯਾਦ ਕਰਨ ਦਾ ਤਰੀਕਾ। ਮੈਂ ਕਹੂੰਗਾ ਤੁਸੀਂ ਵੀਡੀਓ ਆਈਆਂ ਅਪਲੋਡ ਕਰਦੇ ਰਿਹਾ ਕਰੋ, ਪੜ੍ਹ ਕੇ ਤੁਹਾਨੂੰ ਵੀ ਵਧੀਆ ਯਾਦ ਰਹੂਗਾ। ਪ੍ਰੋਕੈਰੀਓਟਿਕ ਸੈਲਸ, ਦ ਪ੍ਰੋਕੈਰੀਓਟਿਕ ਸੈਲਸ ਆਰ ਰਿਪਰੈਜ਼ੈਂਟਡ ਬਾਈ ਬੈਕਟੀਰੀਆ, ਬਲੂ ਗ੍ਰੀਨ ਐਲਗੀ, ਮਾਈਕੋਪਲਾਜ਼ਮਾ ਅਤੇ ਪੀਪੀਐਲਓ। ਪ੍ਰੋਕੈਰੀਓਟਿਕ ਸੈਲਸ ਕਿਹੜੇ ਆ ਗਏ? ਬੈਕਟੀਰੀਆ, ਬਲੂ ਗ੍ਰੀਨ ਐਲਗੀ, ਮਾਈਕੋਪਲਾਜ਼ਮਾ ਅਤੇ ਪੀਪੀਐਲਓ। ਪਲੂਰੋ ਨਮੂਨੀਆ ਲਾਈਕ ਔਰਗੈਨਿਜ਼ਮ, ਦੇ ਆਰ ਜਨਰਲੀ ਸਮਾਲਰ ਐਂਡ ਮਲਟੀਪਲਾਈ ਮੋਰ ਰੈਪਿਡਲੀ ਦੈਨ ਦ ਯੂਕੈਰੀਓਟਿਕ ਸੈਲਸ। ਠੀਕ ਹੈ, ਪ੍ਰੋਕੈਰੀਓਟਿਕ ਸੈਲਸ ਕੀ ਹੁੰਦੇ ਨੇ? ਜਨਰਲੀ ਸਮਾਲਰ ਹੁੰਦੇ ਨੇ। ਠੀਕ ਹੈ, ਤਾਂ ਯਾਦ ਹੀ ਹੈ ਪ੍ਰੋਕੈਰੀਓਟਿਕ ਸੈਲਸ ਆਰ ਜਨਰਲੀ ਸਮਾਲਰ ਅਤੇ ਮਲਟੀਪਲਾਈ ਮੋਰ ਰੈਪਿਡਲੀ, ਅਤੇ ਉਹ ਜ਼ਿਆਦਾ ਛੇਤੀ ਮਲਟੀਪਲਾਈ ਕਰਦੇ ਨੇ ਦੈਨ ਯੂਕੈਰੀਓਟਿਕ ਸੈਲਸ। ਦੇ ਮੇ ਵੇਰੀ ਗ੍ਰੇਟਲੀ ਇਨ ਸ਼ੇਪ ਐਂਡ ਸਾਈਜ਼। ਇਹਨਾਂ ਦੀ ਕਹਿੰਦਾ ਸਾਈਜ਼ ਅਤੇ ਸ਼ੇਪ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਸਕਦਾ ਹੈ। The four basic shapes of bacteria are Bacillus rod-like, Coccus spherical. Bacillus ਕਿਹੜਾ? rod-like, Coccus spherical, Vibrio comma-shaped ਅਤੇ Spirillum spiral-shaped. Four basic shapes of bacteria ਕਿਹੜੀਆਂ ਨੇ? Bacillus rod-like ਹੈ, Bacillus ਕਿਹੜੀ? rod-like, Bacillus rod-like ਹੈ, Coccus spherical ਹੈ। ਚਾਰ common shapes ਕਿਹੜੀਆਂ ਨੇ? Bacillus rod-like, Coccus spherical, Vibrio comma-shaped ਅਤੇ Spirillum spiral-shaped. The four basic shapes of bacteria. Four basic shapes of bacteria are Bacillus rod-like है, Bacillus ਕਿਹੜੀ ਹੈ? rod-like, Coccus ਕਿਹੜੀ ਹੈ? spherical, Bacillus rod-like है, Coccus spherical है, Vibrio comma-shaped है ਅਤੇ Spirillum spiral-shaped है। The organization of the prokaryotic cell is fundamentally similar, even though prokaryotic exhibit a wide variety of shape and function. ਇਹਨਾਂ ਦੀ ਕਹਿੰਦਾ ਆਰਗੇਨਾਈਜੇਸ਼ਨ ਜ਼ਿਆਦਾਤਰ ਸਿਮਿਲਰ ਹੀ ਹੁੰਦੀ ਹੈ ਵੀ ਪ੍ਰੋਕੈਰੀਓਟਿਕ ਸੈਲਸ ਦੀ ਆਰਗੇਨਾਈਜੇਸ਼ਨ ਮੋਸਟਲੀ ਸਿਮਿਲਰ ਹੀ ਹੈ। ਈਵਨ ਦੋ ਪ੍ਰੋਕੈਰੀਓਟਿਕ ਐਗਜ਼ੀਬਿਟ ਵਾਈਡ ਵਰਾਇਟੀ ਆਫ ਸ਼ੇਪ ਐਂਡ ਫੰਕਸ਼ਨ, ਭਾਵੇਂ ਕਹਿੰਦਾ ਇਹਨਾਂ ਦਾ ਸ਼ੇਪ ਅਤੇ ਫੰਕਸ਼ਨ 'ਚ ਕਾਫੀ ਅਲੱਗ-ਅਲੱਗ ਫਰਕ ਹੈ, ਪਰ ਬੇਸਿਕ ਜਿਹੜਾ ਸਟਰਕਚਰ ਉਹ ਸੇਮ ਹੀ ਹੋਊ। ਇਹਨਾਂ ਦੀ ਆਰਗੇਨਾਈਜੇਸ਼ਨ ਸੇਮ ਹੋਊ, ਸ਼ੇਪ ਅਲੱਗ-ਅਲੱਗ ਹੋ ਸਕਦੀ ਹੈ ਸਾਰੇ ਪ੍ਰੋਕੈਰੀਓਟਸ ਦੀ, ਅਤੇ ਫੰਕਸ਼ਨ ਅਲੱਗ-ਅਲੱਗ ਹੋ ਸਕਦਾ ਹੈ। ਆਲ prokaryotes have a cell wall surrounding the cell membrane except in mycoplasma. ਕੀ ਸਾਰੇ ਪ੍ਰੋਕੈਰੀਓਟਸ ਦੇ ਵਿੱਚ ਸੈੱਲ ਵਾਲ ਹੁੰਦੀ ਹੈ? ਜੀ ਬਿਲਕੁਲ ਹੁੰਦੀ ਹੈ, ਸਾਰੇ ਪ੍ਰੋਕੈਰੀਓਟਸ ਦੇ ਵਿੱਚ ਸੈੱਲ ਵਾਲ ਹੁੰਦੀ ਹੈ ਐਕਸੈਪਟ ਮਾਈਕੋਪਲਾਜ਼ਮਾ। ਇੰਪੋਰਟੈਂਟ ਪੁਆਇੰਟ ਹੈ, ਮੈਂ ਸਟਾਰ ਮਾਰਕ ਕਰਤਾ ਇਹ ਪੁਆਇੰਟ ਨੂੰ। ਸਾਰੇ ਪ੍ਰੋਕੈਰੀਓਟਸ ਦੇ ਵਿੱਚ ਸੈੱਲ ਵਾਲ ਹੁੰਦੀ ਹੈ ਐਕਸੈਪਟ ਮਾਈਕੋਪਲਾਜ਼ਮਾ। ਆਲ ਪ੍ਰੋਕੈਰੀਓਟਸ ਹੈਵ ਅ ਸੈੱਲ ਵਾਲ ਸਰਾਊਂਡਿੰਗ ਦ ਸੈੱਲ ਮੈਂਬਰੇਨ, ਸੈੱਲ ਮੈਂਬਰੇਨ ਨੂੰ ਜਿਹੜੀ ਸਰਾਊਂਡ ਕਰਦੀ ਹੈ ਐਕਸੈਪਟ ਇਨ ਮਾਈਕੋਪਲਾਜ਼ਮਾ। ਦ ਫਲੂਇਡ ਮੈਟ੍ਰਿਕਸ ਫਿਲਿੰਗ ਦ ਸੈੱਲ ਇਜ਼ ਦ ਸਾਈਟੋਪਲਾਜ਼ਮ। ਕਹਿੰਦਾ ਜਿਹੜਾ ਫਲੂਇਡ ਮੈਟ੍ਰਿਕਸ ਹੁੰਦਾ ਜਿਹੜਾ ਸਾਈਟੋਪਲਾਜ਼ਮ ਨੂੰ ਫਿਲ ਕਰਦਾ, ਫਿਲਿੰਗ ਦ ਸੈੱਲ, ਉਹ ਸਾਈਟੋਪਲਾਜ਼ਮਿਕ ਉਹ ਫਲੂਇਡ ਮੈਟ੍ਰਿਕਸ ਜਿਹੜਾ ਸੈੱਲ ਨੂੰ ਫਿਲ ਕਰਦਾ ਉਹਨੂੰ ਸਾਈਟੋਪਲਾਜ਼ਮ ਕਹਿੰਦੇ ਨੇ। ਦ ਫਲੂਇਡ ਮੈਟ੍ਰਿਕਸ ਫਿਲਿੰਗ ਦ ਸੈੱਲ, ਦ ਫਲੂਇਡ ਮੈਟ੍ਰਿਕਸ ਫਿਲਿੰਗ ਦ ਸੈੱਲ ਇਜ਼ ਕਾਲਡ ਸਾਈਟੋਪਲਾਜ਼ਮ। ਦੇਅਰ ਇਜ਼ ਨੋ ਵੈਲ ਡਿਫਾਈਨਡ ਨਿਊਕਲੀਅਸ, ਇਹਦੇ ਵਿੱਚ ਕੋਈ ਵੈਲ ਡਿਫਾਈਨਡ ਨਿਊਕਲੀਅਸ ਨਹੀਂ ਹੁੰਦਾ। ਯਾਦ ਰੱਖਣ ਵਾਲੀ ਗੱਲ ਹੈ, ਪ੍ਰੋਕੈਰੀਓਟਸ ਦੇ ਵਿੱਚ ਵੈਲ ਡਿਫਾਈਨਡ ਨਿਊਕਲੀਅਸ ਨਹੀਂ ਹੁੰਦਾ, ਵੀ ਨਿਊਕਲੀਅਸ ਦੀ ਕੋਈ ਡਿਫਾਈਨਡ ਬਾਊਂਡਰੀ ਨਹੀਂ ਹੁੰਦੀ। ਦ ਜੈਨੇਟਿਕ ਮਟੀਰੀਅਲ ਇਜ਼ ਬੇਸਿਕਲੀ ਨੇਕਡ ਨਾਟ ਇਨਵੈਲਪਡ ਬਾਈ ਅ ਨਿਊਕਲੀਅਰ ਮੈਂਬਰੇਨ। ਜਿਹੜਾ ਜੈਨੇਟਿਕ ਮਟੀਰੀਅਲ ਹੈ ਇਸ ਬੇਸਿਕਲੀ ਨੇਕਡ, ਵੀ ਜੈਨੇਟਿਕ ਮਟੀਰੀਅਲ ਜ਼ਿਆਦਾਤਰ ਨੰਗਾ ਹੀ ਹੁੰਦਾ, ਉਹ ਨੇਕਡ ਹੈ। ਨਾਟ ਇਨਵੈਲਪਡ ਬਾਈ ਅ ਨਿਊਕਲੀਅਰ ਮੈਂਬਰੇਨ, ਮਤਲਬ ਜਿਹੜਾ ਜੈਨੇਟਿਕ ਮਟੀਰੀਅਲ ਦੇ ਉੱਤੇ ਕੋਈ ਵੀ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ। The genetic material is basically naked, not enveloped by a nuclear membrane. ठीक है। In addition to the genomic DNA, the single chromosome या circular DNA, many bacteria have smaller circular DNA outside the genomic DNA. These smaller DNA are called plasmid. ठीक है, ਇਹ ਪਲਾਜ਼ਮਿਡ ਸਿਰਫ ਇਹਨਾਂ ਦੇ ਵਿੱਚ ਹੀ ਪਾਏ ਜਾਂਦੇ ਨੇ, ਅਤੇ ਇਹਦੇ ਵਿੱਚ ਕਹਿਣਾ ਕੀ ਚਾਹੁੰਦਾ? ਕਹਿੰਦਾ ਇੱਕ ਤਾਂ ਜਿਹੜਾ ਸਿੰਗਲ ਕ੍ਰੋਮੋਸੋਮ ਜਾਂ ਸਰਕੂਲਰ DNA ਤਾਂ ਹੁੰਦਾ ਹੀ ਹੁੰਦਾ, ਜੀਨੋਮਿਕ DNA ਜਿਵੇਂ ਕਿ ਆਪਣੇ ਵਿੱਚ DNA ਹੈ ਉਹ ਤਾਂ ਇਹਨਾਂ ਦੇ ਵਿੱਚ ਹੁੰਦਾ ਹੀ ਹੁੰਦਾ, ਪਰ ਇਹਨਾਂ ਦੇ ਵਿੱਚ ਕਹਿੰਦਾ ਦੀਜ਼ ਸਮਾਲਰ DNA ਆਰ ਕਲਾਸੀ, ਪਰ ਇਹਨਾਂ ਦੇ ਵਿੱਚ ਐਕਸਟਰਾ DNA ਵੀ ਹੁੰਦਾ। ਇਹਨਾਂ ਦੇ ਵਿੱਚ ਕੀ ਹੁੰਦਾ? ਐਕਸਟਰਾ ਇੱਕ ਸਰਕੂਲਰ DNA ਵੀ ਹੁੰਦਾ। ਦੀ ਸਮਾਲਰ DNA ਆਰ ਕਾਲਡ ਪਲਾਜ਼ਮਿਡ, ਹੈਵ ਅ ਸਮਾਲ ਸਰਕੂਲਰ DNA। ਮੈਨੀ ਬੈਕਟੀਰੀਆ ਹੈਵ ਸਮਾਲ ਸਰਕੂਲਰ DNA, ਸਮਾਲ ਛੋਟਾ ਜਿਹਾ ਸਰਕੂਲਰ DNA ਹੁੰਦਾ, ਸਮਾਲ ਸਰਕੂਲਰ DNA ਆਊਟਸਾਈਡ ਦ ਜੀਨੋਮਿਕ DNA। ਜੀਨੋਮਿਕ DNA ਦੇ ਬਾਹਰ ਦੀਜ਼ ਸਮਾਲਰ DNA ਆਰ ਕਾਲਡ ਪਲਾਜ਼ਮਿਡ। ਇਹ ਛੋਟੇ ਛੋਟੇ DNA ਨੂੰ ਕੀ ਕਹਿੰਦੇ ਨੇ? ਪਲਾਜ਼ਮਿਡ।
द प्लाज्मिड DNA कॉन्फर सर्टेनली यूनीक फिनोटिपिक करैक्टर टू सच बैक्टीरिया। ਜਿਹੜਾ ਪਲਾਜ਼ਮਿਡ DNA ਹੁੰਦਾ ਉਹ ਕੀ ਕਰਦਾ, ਸਰਟਨ ਯੂਨੀਕ ਫਿਨੋਟਿਪਿਕ ਕਰੈਕਟਰ ਵੀ ਉਹ ਪਲਾਜ਼ਮਿਡ DNA ਅਲੱਗ-ਅਲੱਗ ਕਰੈਕਟਰ ਦਿੰਦਾ ਹੈ ਟੂ ਸੱਚ ਬੈਕਟੀਰੀਆ, ਵੀ ਇਹ ਬੈਕਟੀਰੀਆ ਨੂੰ ਉਹ ਅਲੱਗ-ਅਲੱਗ ਕਰੈਕਟਰ ਦਿੰਦਾ ਹੈ। ਦ ਪਲਾਜ਼ਮਿਡ DNA ਕੌਨਫਰ ਸਰਟਨ ਯੂਨੀਕ ਫਿਨੋਟਿਪਿਕ ਕਰੈਕਟਰ। ਜਿਹੜਾ ਇਹ ਪਲਾਜ਼ਮਿਡ DNA ਹੈ, ਦ ਪਲਾਜ਼ਮਿਡ DNA ਕੌਨਫਰਸ ਸਰਟਨ ਯੂਨੀਕ ਫਿਨੋਟਿਪਿਕ ਕਰੈਕਟਰ। ਜਿਹੜਾ ਪਲਾਜ਼ਮਿਡ DNA ਹੈ, ਪਲਾਜ਼ਮਿਡ ਦੀਸ ਸਮਾਲਰ DNA ਆਰ ਕਾਲਡ ਪਲਾਜ਼ਮਿਡ। ਜਿਹੜਾ ਬਾਹਰ ਪਲਾਜ਼ਮਿਡ DNA ਕੌਨਫਰ ਸਰਟਨ ਯੂਨੀਕ ਵੀ ਉਹ ਫਿਨੋਟਿਪਿਕ ਕਰੈਕਟਰ ਦਿੰਦਾ ਹੈ, ਵੀ ਅਪੀਅਰੈਂਸ 'ਚ ਸੈੱਲ ਦੀ ਅਪੀਅਰੈਂਸ 'ਚ ਉਹ ਅੱਡ ਕਰੈਕਟਰ ਦਿੰਦਾ ਹੈ ਟੂ ਸੱਚ ਬੈਕਟੀਰੀਆ। ਠੀਕ ਹੈ ਵੀ ਹੁਣ ਆਪਾਂ ਨੇ ਇਹ ਤਾਂ ਪੜ੍ਹ ਲਿਆ ਵੀ ਇਹਨਾਂ ਦੇ ਵਿੱਚ ਇੱਕ ਜੀਨੋਮਿਕ DNA ਦੇ ਇਲਾਵਾ ਬਾਹਰ ਇੱਕ ਛੋਟੇ ਛੋਟੇ ਸਮਾਲ ਸਰਕੂਲਰ DNA ਹੁੰਦੇ ਨੇ, ਪਰ ਕਹਿੰਦਾ ਇਹ ਸਮਾਲ ਸਰਕੂਲਰ DNA ਦਾ ਫੰਕਸ਼ਨ ਕੀ ਹੈ। ਤਾਂ ਇਹ ਜਿਹੜੇ ਪਲਾਜ਼ਮਿਡ DNA ਨੇ ਇਹ ਕੀ ਕਰਦੇ ਨੇ, ਸਰਟਨ ਯੂਨੀਕ ਫਿਨੋਟਿਪਿਕ ਕਰੈਕਟਰ ਦਿੰਦੇ ਨੇ। ਦ ਪਲਾਜ਼ਮਿਡ DNA ਕੌਨਫਰ ਸਰਟਨ ਯੂਨੀਕ ਫਿਨੋਟਿਪਿਕ ਕਰੈਕਟਰ, ਉਹ ਫਿਨੋਟਿਪਿਕ ਕਰੈਕਟਰ ਦਿੰਦੇ ਨੇ ਇਹ ਜੇ ਬੈਕਟੀਰੀਆ ਨੂੰ। ਵਨ ਸੱਚ ਕਰੈਕਟਰ ਇਜ਼ ਦ ਰੈਜ਼ਿਸਟੈਂਸ ਟੂ ਐਂਟੀਬਾਇਓਟਿਕਸ। ਇੱਕ ਕਰੈਕਟਰ ਕੀ ਹੈ, ਰੈਜ਼ਿਸਟੈਂਟ ਟੂ ਐਂਟੀਬਾਇਓਟਿਕਸ। ਐਂਟੀਬਾਇਓਟਿਕਸ ਦੀ ਰੈਜ਼ਿਸਟੈਂਸ ਹੈ, ਇਹ ਕੌਣ ਦਿੰਦਾ, ਪਲਾਜ਼ਮਿਡ ਦਿੰਦਾ ਹੈ। ਪਲਾਜ਼ਮਿਡ ਸੈੱਲ ਨੂੰ ਫਿਨੋਟਿਪਿਕਲੀ ਕਈ ਕਰੈਕਟਰ ਦਿੰਦਾ, ਜਿਵੇਂ ਕਿ ਰੈਜ਼ਿਸਟੈਂਸ ਟੂ ਐਂਟੀਬਾਇਓਟਿਕ। one such character is resistance to antibiotics है, जिਵੇਂ कि resistant to antibiotics। in higher classes you will learn that this plasmid DNA is used to monitor bacterial transformation with the foreign DNA। ਕਹਿੰਦਾ ਹਾਇਰ ਕਲਾਸਿਸ ਦੇ ਵਿੱਚ ਪੜ੍ਹੋਗੇ, in higher classes you will learn, ਤੁਸੀਂ ਲਰਨ ਕਰੋਗੇ that this plasmid DNA ਵੀ ਜਿਹੜਾ ਇਹ plasmid DNA ਹੈ। In higher classes you will learn that this plasmid DNA is used to monitor bacterial transformation with foreign DNA। ਠੀਕ ਹੈ, ਕਹਿੰਦਾ ਇਹ ਪਲਾਜ਼ਮਿਡ DNA ਨਾਲ ਆਪਾਂ ਕੋਈ ਬੈਕਟੀਰੀਆ 'ਚ ਜੇ ਟਰਾਂਸਫਰਮੇਸ਼ਨ ਮਤਲਬ ਕੋਈ ਚੇਂਜ ਵੀ ਕਰਨਾ ਤਾਂ ਕਰ ਸਕਦੇ ਹਾਂ। ਇਨ ਹਾਇਰ ਕਲਾਸਿਸ ਦੇ ਵਿੱਚ ਕਹਿੰਦਾ ਯੂ ਵਿਲ ਲਰਨ, ਤੁਸੀਂ ਲਰਨ ਕਰੋਗੇ ਦੈਟ ਦਿਸ ਪਲਾਜ਼ਮਿਡ DNA ਜਿਹੜਾ ਇਹ ਪਲਾਜ਼ਮਿਡ DNA ਵੀ ਬਾਹਰ ਸਰਕੂਲਰ DNA ਹੈ ਇਜ਼ ਯੂਜ਼ ਟੂ ਮੋਨੀਟਰ, ਇਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਇਜ਼ ਯੂਜ਼ ਟੂ ਮੋਨੀਟਰ ਬੈਕਟੀਰੀਅਲ ਟਰਾਂਸਫਰਮੇਸ਼ਨ। ਇਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਬੈਕਟੀਰੀਆ ਦੇ ਵਿੱਚ ਵੀ ਕਿਹੜੀ ਟਰਾਂਸਫਰਮੇਸ਼ਨ ਹੋਈ ਹੈ, ਵੀ ਕਿਹੜੇ ਚੇਂਜ ਹੋਏ ਨੇ ਵਿਦ ਫੋਰਨ DNA। ਠੀਕ ਹੈ ਵੀ ਬੈਕਟੀਰੀਆ ਦੇ ਵਿੱਚ ਕਿਹੜੇ ਚੇਂਜ ਹੋਏ ਨੇ ਵਿਦ ਫੋਰਨ DNA। ਇਨ ਹਾਇਰ ਕਲਾਸਿਸ ਦੇ ਵਿੱਚ ਯੂ ਵਿਲ ਲਰਨ, ਤੁਸੀਂ ਲਰਨ ਕਰੋਗੇ ਦੈਟ ਦਿਸ ਪਲਾਜ਼ਮਿਡ DNA ਜਿਹੜਾ ਇਹ ਪਲਾਜ਼ਮਿਡ DNA ਹੈ ਇਜ਼ ਯੂਜ਼ ਟੂ ਮੋਨੀਟਰ ਬੈਕਟੀਰੀਅਲ ਟਰਾਂਸਫਰਮੇਸ਼ਨ, ਵੀ ਇਹਦੇ ਨਾਲ ਆਪਾਂ ਬੈਕਟੀਰੀਅਲ ਟਰਾਂਸਫਰਮੇਸ਼ਨ ਨੂੰ ਵੀ ਚੇਂਜ ਕਰ ਸਕਦੇ ਹਾਂ। ਨਿਊਕਲੀਅਰ ਮੈਂਬਰੇਨ ਇਜ਼ ਫਾਊਂਡ ਇਨ ਯੂਕੈਰੀਓਟਸ, ਨਿਊਕਲੀਅਰ ਮੈਂਬਰੇਨ ਯੂਕੈਰੀਓਟਸ ਦੇ ਵਿੱਚ ਪਾਈ ਜਾਂਦੀ ਹੈ, ਤਾਂ ਆਪਾਂ ਨੂੰ ਪਤਾ ਹੀ ਹੈ ਨਿਊਕਲੀਅਰ ਮੈਂਬਰੇਨ ਇਜ਼ ਫਾਊਂਡ ਇਨ ਯੂਕੈਰੀਓਟਸ। ਨੋ ਆਰਗੇਨੈਲੀ ਲਾਈਕ ਦ ਵਨਸ ਇਨ ਯੂਕੈਰੀਓਟਸ ਆਰ ਫਾਊਂਡ ਇਨ ਪ੍ਰੋਕੈਰੀਓਟਿਕ ਸੈਲਸ ਐਕਸੈਪਟ ਫॉर ਰਾਈਬੋਸੋਮ। ਜਿਹੜੀਆਂ ਆਰਗੇਨੈਲੀਜ਼ ਕਹਿੰਦਾ ਯੂਕੈਰੀਓਟਸ 'ਚ ਪਾਈਆਂ ਜਾਂਦੀਆਂ ਨੇ, ਜਿਵੇਂ ਕਿ ਲਾਈਸੋਸੋਮ, ਆਪਾਂ ਨੇ ਵੈਕਿਊਲ ਵੀ ਹੋਈ ਗਿਆ, ਜਿਹੜੇ ਵੀ ਆਪਾਂ ਪੜ੍ਹੇ ਸੀਗੇ ਉਹ ਕੋਈ ਵੀ ਪ੍ਰੋਕੈਰੀਓਟਸ ਨਹੀਂ ਪਾਇਆ ਜਾਂਦਾ ਐਕਸੈਪਟ ਰਾਈਬੋਸੋਮ। ਮਤਲਬ ਰਾਈਬੋਸੋਮ ਬਹੁਤ ਪ੍ਰੋਕੈਰੀਓਟਿਕ ਤੇ ਯੂਕੈਰੀਓਟਿਕ 'ਚ ਪਾਏ ਜਾਂਦੇ ਨੇ। ਪ੍ਰੋਕੈਰੀਓਟਸ ਹੈਵ ਸਮਥਿੰਗ ਯੂਨੀਕ ਇਨ ਦ ਫਾਰਮ ਆਫ ਇਨਕਲੂਜਨਸ। ਪ੍ਰੋਕੈਰੀਓਟਸ ਦੇ ਵਿੱਚ ਕਹਿੰਦੇ ਕੁਛ ਸਮਥਿੰਗ ਯੂਨੀਕ ਹੁੰਦਾ। ਪ੍ਰੋਕੈਰੀਓਟਸ ਹੈਵ ਸਮਥਿੰਗ ਯੂਨੀਕ ਇਨ ਦ ਫਾਰਮ ਆਫ ਇਨਕਲੂਜਨ। ਪ੍ਰੋਕੈਰੀਓਟਸ 'ਚ ਕੁਛ ਯੂਨੀਕ ਹੈਗੇ ਕਿਹਦੀ ਫਾਰਮ 'ਚ, ਇਨਕਲੂਜਨ ਦੇ ਵਿੱਚ। ਅ ਸਪੈਸ਼ਲਾਈਜ਼ਡ ਡਿਫਰੈਂਸ਼ੀਏਟਡ ਫਾਰਮ ਆਫ ਸੈੱਲ ਮੈਂਬਰੇਨ ਕਾਲਡ ਮੀਜ਼ੋਸੋਮ ਇਜ਼ ਦ characteristic of prokaryote. They are essentially enfoldings of a cell membrane. ਤਾਂ prokaryotes have something unique, prokaryotes ਦੇ ਵਿੱਚ ਕੀ ਹੁੰਦਾ, prokaryotes have something unique in the form of inclusions। ਠੀਕ ਹੈ ਜੀ ਵੀ prokaryotes 'ਚ ਕੁਛ ਯੂਨੀਕ ਹੁੰਦਾ ਕਿ ਇਹਦੀ ਫਾਰਮ ਦੇ ਵਿੱਚ, ਇਨਕਲੂਜਨ ਫਾਰਮ ਦੇ ਵਿੱਚ। ਅ ਸਪੈਸ਼ਲਾਈਜ਼ਡ ਡਿਫਰੈਂਸ਼ੀਏਟਡ ਫਾਰਮ ਆਫ ਅ ਸੈੱਲ ਮੈਂਬਰੇਨ, ਇੱਕ ਸਪੈਸ਼ਲਾਈਜ਼ਡ ਮਤਲਬ ਇੱਕ ਖਾਸ ਤਰ੍ਹਾਂ ਦੀ ਡਿਫਰੈਂਸ਼ੀਏਟਡ ਫਾਰਮ ਆਫ ਅ ਸੈੱਲ ਮੈਂਬਰੇਨ ਹੈ, ਜਿਹਨੂੰ ਕੀ ਕਹਿੰਦੇ ਨੇ, ਮੀਜ਼ੋਸੋਮ। ਇਸ ਦਾ ਕਰੈਕਟਰਿਸਟਿਕ ਆਫ ਪ੍ਰੋਕੈਰੀਓਟ, ਵੀ ਪ੍ਰੋਕੈਰੀਓਟ 'ਚ ਕੀ ਪਾਈ ਜਾਂਦੀ ਹੈ, ਮੀਜ਼ੋਸੋਮ। ਦੇ ਆਰ ਐਸੈਂਸ਼ਲੀ ਇਨਫੋਲਡਿੰਗਸ ਆਫ ਸੈੱਲ ਮੈਂਬਰੇਨ, ਤੇ ਮੀਜ਼ੋਸੋਮ ਕੀ ਹੁੰਦੀ ਹੈ, ਸੈੱਲ ਮੈਂਬਰੇਨ ਦੀ ਹੀ ਇਨਫੋਲਡਿੰਗ ਹੁੰਦੀ ਹੈ। ਮੈਂ ਇੱਕ ਮਿੰਟ ਦਾ ਦੋਸਤੋ ਬ੍ਰੇਕ ਲੈਂਦਾ, ਮੈਂ ਵੀਡੀਓ ਰੋਕਦਾ, ਆਪਾਂ ਨੈਕਸਟ ਵੀਡੀਓ ਕੋਈ ਹੋਰ ਬਣਾ ਲਾਂਗੇ ਅਗਲਾ ਪਾਰਟ ਦਾ। ਠੀਕ ਹੈ ਜੀ।